ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਸੈਂਟਰ ਦੀ ਸਰਕਾਰ ਵੱਲੋਂ ਜੋ 3 ਬਿੱਲ ਲਿਆਂਦੇ ਗਏ ਨੇ ਆਰਡੀਨੈਂਸ, ਜਿਸ ਦੇ ਸਬੰਧ ਵਿੱਚ ਜਿੱਥੇ ਜਿੱਥੇ ਵੀ ਹਿੰਦੁਸਤਾਨ 'ਚ ਕਿਸਾਨ ਵੀਰ ਵੱਸਦਾ ਹੈ, ਵਿਸ਼ੇਸ਼ ਤੌਰ 'ਤੇ ਪੰਜਾਬ ਦਾ ਅਤੇ ਹਰਿਆਣੇ ਦਾ, ਜਿਨ੍ਹਾਂ ਦਾ ਸਬੰਧ ਹੀ ਕੇਵਲ ਖੇਤੀ ਨਾਲ ਹੈ, ਔਰ ਸਾਰੇ ਕਿਸਾਨ ਵੀਰ ਇਸ ਗੱਲ ਤੋਂ ਅਤਿਅੰਤ ਚਿੰਤਤ ਦੁਖੀ ਨੇ। ਤੇ ਉਸ ਦਿਨ ਤੋਂ ਲੈ ਕੇ ਰੋਸ ਧਰਨੇ, ਗੱਡੀਆਂ ਨੂੰ ਰੋਕਣਾ, ਇਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਉੱਪਰ ਧਰਨੇ ਲਾ ਕੇ ਬੈਠੇ ਹੋਏ ਨੇ। ਘਰ-ਬਾਰ ਛੱਡ ਕੇ ਸਾਡੀਆਂ ਭੈਣਾਂ, ਮਾਤਾਵਾਂ, ਬੱਚੀਆਂ, ਬੱਚੇ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋ ਰਹੇ ਨੇ। ਔਰ ਸੈਂਟਰ ਦੀ ਸਰਕਾਰ ਜਿਹੜੀ ਕਿਸਾਨੀ ਨਾਲ ਅਤਿਅੰਤ ਧੱਕਾ ਕਰ ਰਹੀ ਹੈ, ਔਰ ਕਿਸਾਨ ਵੀਰ ਜਿਹੜੇ ਨੇ, ਜਿੰਨੇ ਅਸੀਂ ਲੋਕ ਹਾਂ ਸਾਰੇ, ਪਹਿਲੋਂ ਕਿਸਾਨ ਹਾਂ ਫਿਰ ਬਾਕੀ ਗੱਲਾਂ ਫਿਰ ਨੇ, ਅਸੀਂ ਸਾਰੇ ਇਸ ਗੱਲ ਲਈ ਸੈਂਟਰ ਸਰਕਾਰ ਨੂੰ ਜ਼ੋਰ ਲਾ ਰਹੇ ਹਾਂ। ਕਿਸਾਨ ਵੀਰ ਧਰਨੇ ਲਾ ਕੇ, ਜਿੰਨੀਆਂ 31 ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਸਾਰੇ ਵੱਖੋ ਵੱਖਰੇ ਵੀਰ ਸਾਰੇ, ਉਹ ਯਤਨ ਕਰ ਰਹੇ ਨੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਵੀ ਇਸ ਬਿੱਲ ਨੂੰ ਵਾਪਸ ਕੀਤਾ ਜਾਵੇ। ਲੇਕਿਨ ਸੈਂਟਰ ਦੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ, ਔਰ ਉਹ ਇਸ ਕਾਨੂੰਨ ਨੂੰ ਜ਼ਬਰਦਸਤੀ ਸਾਡੇ 'ਤੇ ਠੋਸਿਆ ਜਾ ਰਿਹਾ ਹੈ, ਜੋ ਕਿ ਬਿਲਕੁਲ ਕਿਸਾਨਾਂ ਨਾਲ ਇਹ ਧੱਕੇਸ਼ਾਹੀ ਹੈ। ਔਰ ਮੋਦੀ ਸਰਕਾਰ ਦਾ ਰਵੱਈਆ ਜਿਹੜਾ ਪਿਛਲੇ ਸਮੇਂ ਤੋਂ ਰਿਹਾ ਹੈ, ਘੱਟ ਗਿਣਤੀਆਂ ਨੂੰ ਦਬਾਉਣਾ, RSS ਦੀ ਕੁਟਨੀਤੀ ਦੇ ਤਹਿਤ ਚੱਲਣਾ। ਜੇ ਕੋਈ ਮੁਸਲਮਾਨ ਵੀਰ ਹੱਕ ਦੀ ਗੱਲ ਕਰਨ ਵਾਸਤੇ ਬੋਲਦਾ ਹੈ, ਤਾਂ ਮੋਦੀ ਦੇ ਭਗਤ ਜਿਹੜੇ ਛੱਡੇ ਹੋਏ ਲੋਕ ਨੇ, ਉਹ ਟੀਵੀਆਂ 'ਤੇ ਬਿਆਨ ਦਿੰਦੇ ਨੇ ਵੀ ਉਹ ਪਾਕਿਸਤਾਨ ਚਲੇ ਜਾਓ। ਜੇ ਕੋਈ ਘੱਟ ਗਿਣਤੀ ਦਾ ਹੋਰ ਕੋਈ ਜਾਂ ਸਿੱਖ ਬੋਲਦਾ ਹੈ, ਅਤੇ ਉਹਨੂੰ ਵੀ ਪਾਕਿਸਤਾਨ ਜਾਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਦੂਜੇ ਬੰਨੇ RSS ਦਾ ਮੁਖੀ ਮੋਹਨ ਭਾਗਵਤ ਹੈ, ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਕੇ ਲੋਕਾਂ 'ਚ ਕਹਿ ਰਿਹਾ ਵੀ ਇਹ ਹਿੰਦੂ ਰਾਸ਼ਟਰ ਹੈ ਅਤੇ ਹਿੰਦੂ ਰਾਸ਼ਟਰ ਅਸੀਂ ਬਣਾਉਣਾ ਹੈ। ਕਿੱਡੀ ਇਹ ਕੁਟਨੀਤੀ ਹੈ। ਇਹ ਸਭ ਧਰਮਾਂ ਦਾ ਸਾਂਝਾ ਦੇਸ਼ ਸੀ, ਅੱਜ ਰਾਜ ਸੱਤਾ ਇਹਨਾਂ ਲੋਕਾਂ ਦੇ ਹੱਥ ਵਿੱਚ ਆਈ ਹੈ, ਅਤੇ ਸਿੱਖਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਸਾਡੇ ਵੱਡਿਆਂ ਵਡੇਰਿਆਂ ਨੇ, ਔਰ ਇੰਨੀਆਂ 87% ਦੀ ਕੁਰਬਾਨੀਆਂ ਕਰਕੇ ਜੇਲ੍ਹਾਂ ਕਾਲੇ ਪਾਣੀਆਂ ਦੇ, ਔਰ ਇਸੇ ਤਰ੍ਹਾਂ ਜੇਲ੍ਹਾਂ ਦੇ ਫਾਂਸੀਆਂ ਦੇ ਰੱਸੇ ਚੁੰਮੇ, ਔਰ ਇੰਨੀਆਂ ਕੁਰਬਾਨੀਆਂ ਕਰਕੇ ਜਿਸ ਦੇਸ਼ ਨੂੰ ਆਪਣਾ ਦੇਸ਼ ਬਣਾਇਆ ਸੀ ਔਰ ਆਜ਼ਾਦੀ ਪ੍ਰਾਪਤ ਕੀਤੀ ਸੀ, ਅੱਜ ਉਸ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਖੁਸ਼ੀ ਨਾਲ ਰਹਿ ਰਹੇ ਨੇ। ਲੇਕਿਨ ਸੈਂਟਰ ਦੀ ਸਰਕਾਰ ਅਤੇ RSS ਦੇ ਆਗੂ ਅਤੇ ਉਹਨਾਂ ਦੇ ਭਗਤ ਅੱਜ ਘੱਟ ਗਿਣਤੀਆਂ ਨੂੰ ਕੁਚਲਣ 'ਤੇ ਹਿੰਦੂ ਰਾਸ਼ਟਰ ਦੇ ਨਾਅਰੇ, ਹਿੰਦੂ ਇੱਥੇ ਰਾਜ ਕਰਨਗੇ, ਬਾਕੀ ਲੋਕ ਉਹਨਾਂ ਦੀ ਪ੍ਰਜਾ ਹੋਵੇਗੀ, ਉਹਨਾਂ ਦੇ ਕਾਮੇ ਹੋਣਗੇ, ਔਰ ਉਹ ਹਿੰਦੂ ਰਾਸ਼ਟਰ ਹੈ, ਔਰ 'ਤੇ ਕੋਈ ਕੇਸ ਨਹੀਂ ਅਤੇ ਕੋਈ ਪੁੱਛਗਿੱਛ ਨਹੀਂ। ਜੇ ਕੋਈ ਮੁਸਲਮਾਨ ਗੱਲ ਕਰੇ ਤਾਂ ਉਹ ਪਾਕਿਸਤਾਨ ਚਲਾ ਜਾਵੇ, ਜੇ ਕੋਈ ਸਿੱਖ ਆਪਣੇ ਘਰ ਦੀ ਗੱਲ ਕਰੇ, ਖਾਲਿਸਤਾਨ ਮੂੰਹ 'ਚੋਂ ਕੱਢੇ, ਅਤੇ ਉਹਦੇ 'ਤੇ ਕੇਸ ਅਤੇ ਧਮਕੀਆਂ, ਅਤੇ ਉਹਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਿਆ ਜਾਂਦਾ ਹੈ। ਮੈਂ ਹੈਰਾਨ ਹੈ ਇਸ ਦੇਸ਼ ਦੇ ਆਗੂਆਂ ਤੋਂ। ਅਤੇ ਇਹ ਮੋਦੀ ਕੀ ਬਣਾਉਣਾ ਚਾਹੁੰਦਾ ਹਿੰਦੁਸਤਾਨ ਦਾ, ਜਾਂ ਇਹ RSS ਜਿਹੜੇ ਕਾਲੇ ਕਾਨੂੰਨ ਘੜੇ ਜਾ ਰਹੇ ਨੇ, ਘੱਟ ਗਿਣਤੀਆਂ 'ਤੇ ਥੋਪੇ ਜਾ ਰਹੇ ਨੇ, ਔਰ ਕਿਰਸਾਨੀ ਜਿਹੜੀ ਆ ਉਹਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ। ਸਾਡੀਆਂ ਜ਼ਮੀਨਾਂ ਵੀ ਜਿਹੜੀਆਂ ਸਾਥੋਂ ਖੋਹਣ ਵਾਸਤੇ ਐਸੇ ਕਾਲੇ ਕਾਨੂੰਨ ਘੜੇ ਜਾ ਰਹੇ ਨੇ। ਬਹੁਤ ਇਹ ਮੰਦਭਾਗਾ ਹੈ। ਇੱਕ ਫਰਮਾਨ ਜਿਹੜਾ ਕਿ ਹਰਗਿਜ਼ ਸਾਨੂੰ, ਅਸੀਂ ਕਿਰਸਾਨੀ ਨਾਲ ਜੁੜੇ ਹੋਏ, ਪਹਿਲੋਂ ਕਿਰਸਾਨੀ ਹੈ, ਬਾਕੀ ਗੱਲਾਂ ਸਾਰੀਆਂ ਬਾਅਦ ਵਿੱਚ ਨੇ। ਔਰ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ। ਔਰ 31 ਦੇ 31 ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨ ਦੇ ਆਗੂ ਵੀਰ ਨੇ, ਇੱਕ ਪਲੇਟਫਾਰਮ 'ਤੇ ਬੈਠ ਕੇ ਇੱਕ ਸੁਰ ਸਲਾਹ ਨਾਲ ਬੜੀ ਸੁਚੱਜੀ ਅਗਵਾਈ ਦੇ ਕੇ ਕਿਸਾਨ ਵੀਰਾਂ ਨੂੰ ਇਸ ਮੋਰਚੇ 'ਚ ਲਾਮਬੰਦ ਕਰ ਰਹੇ ਨੇ, ਔਰ ਆਪਣੇ ਹੱਕਾਂ ਵਾਸਤੇ, ਇਨਸਾਫ ਵਾਸਤੇ,
ਸਾਡੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ, ਕਾਲੇ ਕਾਨੂੰਨਾਂ ਨੂੰ ਮਲੀਆ ਮੇਟ ਕਰਨ ਵਾਸਤੇ ਇਹ ਸਾਰੇ ਵੀਰ ਲੰਮੇ ਸਮੇਂ ਤੋਂ ਸੰਘਰਸ਼ ਦੀ ਲੜਾਈ ਲੜ ਰਹੇ ਨੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ। ਤੇ ਬਾਕੀ ਵੀਰ ਜਿਹੜੇ ਘਰੋਂ ਘਰੀ ਅੱਜ ਤੱਕ ਬੈਠੇ ਨੇ ਇਸ ਮੋਰਚੇ ਨੂੰ ਇਹ ਹੀ ਸਮਝਦੇ ਨੇ ਵੀ ਚੱਲ ਸਾਨੂੰ ਕੀ। ਮੈਂ ਉਹਨਾਂ ਵੀਰਾਂ ਨੂੰ, ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਕਿਸਾਨ ਵੀਰਾਂ ਦੇ ਨਾਲ ਮੈਂ ਸ਼ਹਿਰ ਦੀ ਜਨਤਾ ਜਿਹੜੀ ਹੈ, ਸ਼ਹਿਰ ਦੇ ਲੋਕ ਜਿਹੜੇ ਨੇ, ਇਹ ਮਤ ਖਿਆਲ ਕਰੋ ਵੀ ਇਹ ਕਿਸਾਨਾਂ ਦੀਆਂ ਜ਼ਮੀਨਾਂ ਹੀ ਹੜੱਪੀਆਂ ਜਾਣਗੀਆਂ ਜਾਂ ਇਸ ਕਾਨੂੰਨ ਦੇ ਤਹਿਤ ਕਿਸਾਨਾਂ ਦਾ ਨੁਕਸਾਨ ਹੋਵੇਗਾ। ਜੇ ਕਿਸਾਨ ਮਾਰਿਆ ਗਿਆ, ਉਹਦੀਆਂ ਜ਼ਮੀਨਾਂ ਹੜੱਪੀਆਂ ਗਈਆਂ ਤੇ ਤੁਹਾਡੀਆਂ ਦੁਕਾਨਾਂ 'ਤੇ ਵੀ ਸੌਦਾ ਪੱਤਾ ਕੋਈ ਲੈਣ ਵਾਸਤੇ ਨਹੀਂ ਆਵੇਗਾ, ਤੁਹਾਡੇ ਕਾਰੋਬਾਰ ਵੀ ਠੱਪ ਹੋਣਗੇ। ਕਿਸੇ ਧਰਮ ਦਾ ਵੀਰ ਸ਼ਹਿਰਾਂ 'ਚ ਬੈਠਾ ਹੈ, ਮੁਸਲਮਾਨ ਵੀਰ ਹੋਵੇ, ਹਿੰਦੂ ਵੀਰ ਹੋਵੇ, ਸਿੱਖ ਵੀਰ ਬੈਠਾ ਹੈ, ਕਾਰੋਬਾਰ ਕਰ ਰਿਹਾ ਹੈ, ਮੈਂ ਸਾਰੇ ਵੀਰਾਂ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਇਸ ਕਾਲੇ ਕਾਨੂੰਨ ਦੇ ਵਿਰੁੱਧ ਕਿਸਾਨ ਵੀਰਾਂ ਦੀਆਂ ਜਥੇਬੰਦੀਆਂ ਦਾ ਸਾਨੂੰ ਡਟ ਕੇ ਸਾਥ ਦੇਣਾ ਚਾਹੀਦਾ। ਔਰ ਸ਼ੰਭੂ ਬਾਰਡਰ ਜਾਂ ਹੋਰ ਥਾਵਾਂ ਤੇ ਟੋਲ ਪਲਾਜ਼ਿਆਂ ਦੇ ਉੱਪਰ ਜਾਂ ਰੇਲਾਂ ਦੀਆਂ ਪਟੜੀਆਂ ਦੇ ਉੱਪਰ ਬੈਠੇ ਕਿਸਾਨ ਵੀਰ ਔਰ ਲੰਮੇ ਸੰਘਰਸ਼ ਦੀ ਲੜਾਈ ਜਿਹੜੀ ਲੜ ਰਹੇ ਨੇ ਔਰ ਆਪਣੇ ਘਰਾਂ ਦੇ ਕਾਰੋਬਾਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਮੋਰਚੇ 'ਚ ਉਹ ਯੋਗਦਾਨ ਪਾ ਰਹੇ ਨੇ। ਸਾਨੂੰ ਉਹਨਾਂ ਦੇ ਮੋਢੇ ਨਾਲ ਮੋਢਾ ਢਾ ਕੇ ਸਾਰੇ ਵੀਰਾਂ ਨੂੰ, ਸਮੁੱਚੇ ਪੰਜਾਬ ਦੇ ਹਰ ਵਰਗ ਨੂੰ ਉਸ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ। ਵੀਰੋ, ਜੇ ਕਿਸਾਨੀ ਬਚੇਗੀ ਤਾਂ ਆਪਾਂ ਬਚਾਂਗੇ। ਜੇ ਸਾਡੀਆਂ ਜ਼ਮੀਨਾਂ ਹੜੱਪੀਆਂ ਗਈਆਂ, ਤੁਹਾਡੀਆਂ ਦੁਕਾਨਾਂ ਵੀ ਬੰਦ ਹੋ ਜਾਣਗੀਆਂ, ਤੁਹਾਡੀ ਰੋਜੀ ਰੋਟੀ ਦਾ ਵੀ ਸਿਲਸਿਲਾ ਬੰਦ ਹੋ ਜਾਵੇਗਾ। ਇਹ ਸਾਡੀ ਧਰਤੀ, ਇਹ ਸਾਡਾ ਪੰਜਾਬ ਜਾਂ ਹਰਿਆਣਾ ਜਾਂ ਜਿੰਨੇ ਕਿਸਾਨੀ ਨਾਲ ਜੁੜੇ ਵੀਰ ਨੇ, ਇਹ ਸਾਰੇ ਘਰੋਂ ਬੇਘਰ ਕਰਨ ਦੇ ਮਨਸੂਬੇ ਨੇ ਔਰ ਐਸੇ ਕਾਲੇ ਕਾਨੂੰਨ ਨੇ ਜਿਨ੍ਹਾਂ ਨੂੰ ਔਰ ਅਸੀਂ ਉਹਨਾਂ ਦੀ ਨਿਖੇਧੀ ਵੀ ਕਰਨੀ ਹੈ ਅਤੇ ਉਹਨਾਂ ਨੂੰ ਖਤਮ ਵੀ ਕਰਾਉਣਾ ਹੈ। ਜਦੋਂ ਤੱਕ ਇਹ ਮੋਰਚਾ ਲਾਇਆ ਹੋਇਆ ਕਿਸਾਨ ਵੀਰਾਂ ਵੱਲੋਂ, ਜਦੋਂ ਤੱਕ ਇਹ ਫਰਮਾਨ, ਕਾਲੇ ਕਾਨੂੰਨ ਅਤੇ ਨਾਰਡੀਨੈਸ ਜਿਹੜੇ ਜਾਰੀ ਹੋਏ ਨੇ ਵਾਪਸ ਨਹੀਂ ਹੋ ਜਾਂਦੇ, ਮੈਂ ਸਮਝਦਾ ਉਦੋਂ ਤੱਕ ਕਿਸਾਨ ਵੀਰਾਂ ਨੂੰ ਘਰ ਨਹੀਂ ਮੁੜਨਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਉਹਦਾ ਨਾਲ ਸਾਥ ਦੇਣਾ ਚਾਹੀਦਾ। ਜਿੱਥੋਂ ਤੱਕ ਸਾਡੀਆਂ ਜਥੇਬੰਦੀਆਂ ਦਾ ਸੰਬੰਧ ਹੈ, ਮੈਂ ਉਹਨਾਂ ਸਾਰੇ ਵੀਰਾਂ ਨੂੰ, ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ, ਚਾਹੇ ਉਹ ਕਾਰ ਸੇਵਾ ਵਾਲੇ, ਚਾਹੇ ਨਿਹੰਗ ਸਿੰਘ ਜਥੇਬੰਦੀਆਂ, ਚਾਹੇ ਹੋਰ ਕੋਈ ਟਕਸਾਲ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੱਥੇ ਜਿੱਥੇ ਟੋਲ ਪਲਾਜ਼ਿਆਂ 'ਤੇ ਲਾਗੇ ਵੀਰ ਬੈਠੇ ਨੇ ਮੋਰਚਾਬੰਦੀ ਕਰਕੇ ਸੰਘਰਸ਼ ਦੀ ਲੜਾਈ ਲੜ ਰਹੇ ਨੇ, ਸਾਨੂੰ ਸਾਰਿਆਂ ਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ। ਜੇ ਕਿਸਾਨ ਬਚੇਗਾ ਅਤੇ ਆਪਾਂ ਨੂੰ ਵੀ ਗੁਰਦੁਆਰਿਆਂ ਦੇ ਪ੍ਰਬੰਧ ਵੀ ਚੱਲਣਗੇ, ਕਿਉਂਕਿ ਅਸੀਂ ਉਹਨਾਂ ਲੋਕਾਂ ਤੋਂ ਹੀ ਗ੍ਰਾਹੀਆਂ ਕਰ ਕਿਸਾਨਾਂ ਤੋਂ ਬੜੇ ਲੰਗਰ ਚਲਾਉਣੇ ਆ, ਵੱਡੀਆਂ ਬਿਲਡਿੰਗਾਂ ਬਣਾਉਣੇ ਆ ਔਰ ਗੁਰੂ ਘਰ ਬਣ ਰਹੇ ਨੇ। ਅਤੇ ਜੇ ਕਿਸਾਨ ਦੇ ਕੋਲ ਕਿਸਾਨੀ ਨਾ ਰਹੀ, ਉਹਦੀ ਜ਼ਮੀਨ ਨਾ ਰਹੀ, ਅਤੇ ਸਮਝ ਲਓ ਵੀ ਇਹ ਸਾਰੇ ਕਾਰੋਬਾਰ, ਗੁਰਦੁਆਰਿਆਂ ਦੇ ਕਾਰੋਬਾਰ ਵੀ ਸਾਡੇ ਠੱਪ ਹੋ ਕੇ ਰਹਿ ਜਾਣਗੇ। ਇਸ ਕਰਕੇ ਮੈਂ ਸਮੂਹ ਸੰਪਰਦਾਵਾਂ ਦੇ ਵੀਰਾਂ ਨੂੰ ਵੀ, ਸਾਰੇ ਮਹਾਤਮਾ ਜਨਾਂ ਨੂੰ ਵੀ ਬੇਨਤੀ ਕਰਦਾ, ਸਾਰੇ ਹਿੰਦੂ ਵੀਰ, ਮੁਸਲਮਾਨ ਵੀਰ, ਸਭ ਆਪਾਂ ਲੋਕ ਖੇਤੀ ਨਾਲ ਹੀ ਜੁੜੇ ਹੋਏ ਹੈ, ਸਾਨੂੰ ਸਾਰਿਆਂ ਨੂੰ ਡਟ ਕੇ ਸਾਥ ਕਿਸਾਨਾਂ ਦਾ ਦੇਣਾ ਚਾਹੀਦਾ। ਜਿਹੜੇ ਵੀਰ, ਜਿਹੜੇ ਗਾਇਕ ਨੇ ਸਾਡੇ ਜਾਂ ਸਾਡੇ ਐਕਟਰ ਵੀਰ ਨੇ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਔਰ ਸ਼ੰਭੂ ਬਾਰਡਰ 'ਤੇ ਪਹੁੰਚ ਕੇ ਹੌਸਲਾ ਅਫਜ਼ਾਈ ਕਰਦੇ ਨੇ। ਪਿਛਲੇ ਦਿਨਾਂ ਤੋਂ ਲੈ ਕੇ ਉਹ ਡਟ ਕੇ ਹਮਾਇਤ ਦੇ ਰਹੇ ਨੇ। ਬਾਕੀ ਵੀਰਾਂ ਨੂੰ ਵੀ, ਸਾਡੇ ਸਾਰੇ ਵੀਰਾਂ ਨੂੰ, ਜਿੰਨੇ ਅਸੀਂ ਪੰਜਾਬ ਦੇ, ਹਰਿਆਣੇ ਦੇ ਜਾਂ ਹੋਰ ਸਟੇਟਾਂ ਦੇ ਹੈ, ਸਾਨੂੰ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ, ਡਟ ਕੇ ਉਹਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ। ਮੈਂ ਸਾਰੇ ਵੀਰਾਂ ਦਾ, ਉਹਨਾਂ ਦਾ ਧੰਨਵਾਦ ਕਰਦਾ। ਜਿਹੜੇ ਅੱਜ ਤੱਕ ਨਹੀਂ ਉਹਨਾਂ ਮੋਰਚੇ 'ਚ ਸ਼ਾਮਲ ਹੋਏ, ਉਹਨਾਂ ਨੂੰ ਪੁਰਜ਼ੋਰ ਬੇਨਤੀ ਕਰਦਾ, ਭਾਈ ਡਟ ਕੇ ਸਾਥ ਦਈਏ ਔਰ ਹਿੰਦੁਸਤਾਨ ਦੀ ਇਹ ਜਿਹੜੀ ਮੋਦੀ ਸਰਕਾਰ ਕਾਲੇ ਕਾਨੂੰਨ ਲਿਆ ਕੇ ਗਹਿਰੀ ਨੀਂਦ ਵਿੱਚ ਸੌਂ ਰਹੀ ਹੈ ਔਰ ਹਿੰਦੁਸਤਾਨ ਨੂੰ ਔਰ ਮਲੀਆ ਮੇਟ ਕਰਨ ਵਾਸਤੇ ਔਰ ਐਸੇ ਕੁਝ ਯਤਨ ਅਤੇ ਹਰਕਤਾਂ ਹੋ ਰਹੀਆਂ ਨੇ ਔਰ ਇਹਨਾਂ ਨੂੰ, ਸਾਰੇ ਕਾਨੂੰਨਾਂ ਨੂੰ ਮਲੀਆ ਮੇਟ ਕਰਨ ਵਾਸਤੇ, ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਇਹ ਲੜਾਈ ਜਿਹੜੀ ਲੜਨੀ ਚਾਹੀਦੀ ਹੈ। ਇਕੱਲੇ ਕਿਸਾਨਾਂ ਵਾਸਤੇ ਹੀ ਨਹੀਂ, ਇਹ ਆਪਣੇ ਸਾਰਿਆਂ ਵਾਸਤੇ ਹੈ। ਜੇ ਨੁਕਸਾਨ ਹੋਇਆ ਤਾਂ ਸਾਰੇ, ਔਰ ਇਸ ਤਰ੍ਹਾਂ ਉਸ ਨੁਕਸਾਨ ਵਿੱਚ ਸਾਰੇ ਮਾਰੇ ਜਾਵਾਂਗੇ, ਸਭ ਦੇ ਕਾਰੋਬਾਰ ਠੱਪ ਹੋਣਗੇ। ਸਾਨੂੰ ਸਾਰਿਆਂ ਨੂੰ, ਸ਼ਹਿਰੀਆਂ ਨੂੰ, ਪੇਂਡੂਆਂ ਨੂੰ, ਕਿਸਾਨਾਂ ਨੂੰ, ਹੋਰ ਵੀਰਾਂ ਨੂੰ, ਹਰ ਧਰਮ ਦੇ ਵਰਗ ਦੇ ਲੋਕਾਂ ਨੂੰ
ਡਟ ਕੇ ਸਾਥ ਦੇਣਾ ਚਾਹੀਦਾ ਤੇ ਪਿਆਰ ਮੁਹੱਬਤ ਨਾਲ ਸਾਨੂੰ ਪੰਜਾਬ ਦੇ ਵੀਰਾਂ ਨੂੰ ਰਹਿਣਾ ਚਾਹੀਦਾ। ਜਿਹੜੇ ਫਿਰਕਾ ਪ੍ਰਸਤ RSS ਦੇ ਲੋਕ ਨੇ ਇਸ ਰਾਸ਼ਟਰ ਨੂੰ ਹਿੰਦੂ ਰਾਸ਼ਟਰ ਕਹਿ ਕੇ ਔਰ ਬੜੇ ਕਾਲੇ ਕਾਨੂੰਨ ਤੇ ਫੇਸਬੁੱਕਾਂ ਤੇ ਆਪਾਂ ਪੜ੍ਹਦੇ ਹਾਂ, ਇਹ ਬਿਲਕੁਲ ਜਿਹੜੀ ਇਹ ਮੰਦਭਾਗੀ ਗੱਲ ਹੈ। ਔਰ ਸਾਨੂੰ ਇਸ ਕਰਕੇ ਇਹਨਾਂ ਲੋਕਾਂ ਤੋਂ, ਸ਼ਰਾਰਤੀ ਅਨਸਰਾਂ ਤੋਂ ਸੁਚੇਤ ਹੋਣ ਦੀ ਵੀ ਸਮੇਂ ਦੀ ਲੋੜ ਹੈ। ਔਰ ਜਿੰਨੀਆਂ ਸਰਕਾਰਾਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਹੋਰ ਕੋਈ ਵੀਰ ਨੇ, ਮੈਂ ਉਹਨਾਂ ਦੀ ਸੇਵਾ ਵਿੱਚ ਵੀ ਬੇਨਤੀ ਕਰਦਾ, ਆਪੋ ਆਪਣੀਆਂ ਡਫਲੀਆਂ ਵਜਾਉਣੀਆਂ ਬੰਦ ਕਰੋ। ਆਪੋ ਆਪਣੇ ਝੰਡਾ ਲੈ ਕੇ ਕੋਈ ਇੱਧਰ ਨੂੰ, ਕੋਈ ਟਰੈਕਟਰ 'ਤੇ ਚੜ੍ਹ ਬਹਿੰਦਾ, ਕੋਈ ਇੱਧਰ ਨੂੰ ਟਰੈਕਟਰ ਭਜਾ ਤੁਰਦਾ, ਕੋਈ ਆਪਣੇ ਵੱਖੋ ਵੱਖਰੇ ਝੰਡੀਆਂ ਲੈ ਕੇ ਆਪੋ ਆਪਣੀਆਂ ਇਸ ਤਰ੍ਹਾਂ ਨਾਲ ਜੁੜੇ ਹੋਏ ਲੋਕਾਂ ਨੂੰ ਲੈ ਕੇ ਵੱਖੋ ਵੱਖਰੀਆਂ ਡਫਲੀਆਂ ਨਾ ਵਜਾਈਏ। ਆਪਾਂ ਸਭ ਤੋਂ ਪਹਿਲੋਂ ਆਪਾਂ ਨੂੰ ਕਿਸਾਨੀ ਦੇ ਹੱਕ ਵਿੱਚ ਖਲੋਣਾ ਚਾਹੀਦਾ। ਤੁਸੀਂ ਰਾਜ ਕਰਨਾ ਹੈ, ਕਾਂਗਰਸ ਕਰੇ, ਅਕਾਲੀ ਕਰਨ, ਹੋਰ ਕੋਈ ਵੀਰ ਕੋਈ ਰਾਜ ਕਰੇ, ਆਪ ਵਾਲੇ ਹੋਣ ਜਾਂ ਦੂਜੇ ਹੋਣ, ਤੁਹਾਡਾ ਰਾਜਨੀਤੀ ਤਾਂ ਚੱਲਦੀ ਰਹਿਣੀ ਹੈ, ਪਰ ਸਭ ਤੋਂ ਪਹਿਲੋਂ ਪੰਜਾਬ ਨੂੰ ਬਚਾਓ, ਕਿਸਾਨੀ ਨੂੰ ਬਚਾਓ। ਜੇ ਕਿਸਾਨੀ ਬਚ ਗਈ ਤਾਂ ਤੁਹਾਡੇ ਰਾਜ ਵੀ ਬਚੇ ਰਹਿਣਗੇ। ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਵੱਖੋ ਵੱਖਰੀਆਂ ਡਫਲੀਆਂ ਨਾ ਵਜਾਈਏ, ਕਿਸਾਨ ਵੀਰਾਂ ਦਾ ਡਟ ਕੇ ਸਾਥ ਦਈਏ ਤਾਂ ਕਿ ਕਾਲੇ ਕਾਨੂੰਨ ਜਿਹੜੇ ਸੈਂਟਰ ਦੀ ਸਰਕਾਰ ਸਾਡੇ 'ਤੇ ਠੋਸ ਰਹੀ ਹੈ ਉਹਨਾਂ ਨੂੰ ਵਾਪਸ ਕਰੀਏ। ਜਿਹੜੇ ਵੀਰ ਸੰਘਰਸ਼ ਦੀ ਲੜਾਈ ਲੜ ਰਹੇ ਨੇ, ਜਥੇਬੰਦੀਆਂ ਲੜ ਰਹੀਆਂ ਨੇ, ਕਿਸਾਨ ਯੂਨੀਅਨ ਦੇ ਵੀਰ ਲੜ ਰਹੇ ਨੇ, ਜਿਹੜੇ ਵੀਰੇ 'ਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ, ਜਿਨ੍ਹਾਂ 'ਤੇ ਪਾ ਰਹੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਬਾਕੀਆਂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਉਹਨਾਂ ਵੀਰਾਂ ਦਾ ਸਾਥ ਦਈਏ। ਇਹ ਪਰਜੋਰ ਮੇਰੀ ਬੇਨਤੀ ਪ੍ਰਵਾਨ ਕਰਿਓ। ਗੁਰੂ ਕਿਰਪਾ ਕਰੇ। ਜਿਸ ਦਿਨ ਹਵਾਰਾ ਸਾਹਿਬ ਦੇ ਹੁਕਮ ਦੇ ਮੁਤਾਬਕ ਔਰ ਜਥੇਬੰਦੀ ਦੀ ਅਰਦਾਸ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ 15 ਤਰੀਕ ਨੂੰ, ਮੈਂ ਉਸ ਦਿਨ ਵੀ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਵਿੱਚ ਬੇਨਤੀ ਕੀਤੀ ਸੀ, ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਸਤਿਗੁਰੂ ਕਿਰਪਾ ਕਰੋ, ਸਾਡੀ ਕਿਸਾਨੀ ਬਚਾਓ। ਔਰ ਇਸ ਤਰ੍ਹਾਂ ਪੰਜਾਬ ਦੇ ਵੀਰ ਔਰ ਰਲ ਮਿਲ ਕੇ ਹੰਭਲਾ ਮਾਰ ਰਹੇ ਨੇ, ਸੜਕਾਂ 'ਤੇ ਧਰਨੇ ਮਾਰ ਕੇ ਬੈਠੇ ਹੋਏ ਨੇ। ਸੈਂਟਰ ਦੀ ਸਰਕਾਰ ਦੇ ਕੰਨ ਜਿਹੜੇ ਨੇ ਬੋਲੇ ਹੋ ਚੁੱਕੇ ਨੇ। ਮੀਰੀ ਪੀੜ ਦੇ ਮਾਲਕ ਸਤਿਗੁਰੂ ਇਹਨਾਂ ਕਿਸਾਨ ਵੀਰਾਂ ਨੂੰ ਬਲ ਬਖਸ਼ ਔਰ ਕਾਲੇ ਕਾਨੂੰਨਾਂ ਨੂੰ ਵਾਪਸ ਕੀਤਾ ਜਾ ਸਕੇ। ਮੈਂ ਹੁਣ ਵੀ ਅਰਦਾਸ ਕਰਦਾ, ਡਟ ਕੇ ਸਾਰੇ ਇਕਜੁੱਟ ਹੋ ਜਾਈਏ, ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਜਥੇਬੰਦੀਆਂ ਤੋਂ ਉੱਪਰ ਉੱਠ ਕੇ, ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਪਹਿਲੋਂ ਕਿਸਾਨ ਹਾਂ, ਪਹਿਲੋਂ ਆਪਣਾ ਖੇਤੀਬਾੜੀ ਦਾ, ਫਿਰ ਬਾਕੀ ਗੱਲਾਂ ਬਾਅਦ ਵਿੱਚ ਨੇ। ਇਹ ਆਪਾਂ ਨੂੰ ਸਾਰਿਆਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।